ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤਪਾਲ ਕੌਰ ਲੈ ਕੇ ਹਾਜ਼ਰ ਹਾਂ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅੱਜ ਅਸੀਂ ਜਿਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਕਿਸਾਨ ਅੰਦੋਲਨ ਤੇ ਸਿਆਸੀ ਪੈਂਤੜੇਬਾਜ਼ੀ। ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਰ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਅੰਮ੍ਰਿਤ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨ ਮੁੱਦਾ ਜਿਹੜਾ ਹੈ ਉਹ ਕਾਫੀ ਸਮੇਂ ਤੋਂ ਭਖਿਆ ਹੋਇਆ ਹੈ। ਸਰਕਾਰ ਚਰਚਾ ਕਰ ਰਹੀ ਹੈ ਪਰ ਇਸ 'ਤੇ ਕਾਰਵਾਈ ਨਹੀਂ ਹੋ ਰਹੀ। ਉੱਧਰ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਅਤੇ ਉਹਦੇ 'ਚ ਵੀ ਕਿਸਾਨੀ ਮੁੱਦਾ ਭਖਿਆ ਹੋਇਆ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਈ ਤਰ੍ਹਾਂ ਦੇ ਨਵੇਂ ਪੈਂਤੜੇਬਾਜ਼ੀ ਕੀਤੀ ਜਾ ਰਹੀ ਹੈ, ਨਵੇਂ ਐਲਾਨ ਕੀਤੇ ਜਾ ਰਹੇ ਨੇ ਤਾਂ ਕਿ ਕਿਸਾਨਾਂ ਦੀ ਜਿੱਤ ਹੋਵੇ। ਅਤੇ ਸੰਯੁਕਤ ਕਿਸਾਨ ਮੋਰਚੇ ਨੇ ਕੁਝ ਨਵੇਂ ਐਲਾਨ ਕੀਤੇ ਨੇ। ਇਹ ਐਲਾਨ ਕੀ ਨੇ ਅਤੇ ਇਹਨਾਂ ਦੇ ਕੀ ਅਸਰ ਪੈਣ ਦੀ ਸੰਭਾਵਨਾ ਹੈ, ਇਸ ਬਾਰੇ ਦੱਸੋ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਕੱਲ੍ਹ ਹੋਈ ਹੈ ਦੇਰ ਰਾਤ ਸ਼ਾਮ ਨੂੰ, ਉਹਨਾਂ ਨੇ ਗੱਲ ਕੀਤੀ ਹੈ ਔਰ ਉਹਨਾਂ ਨੇ 3-4 ਵੱਡੇ ਪ੍ਰੋਗਰਾਮ ਉਲੀਕੇ ਨੇ ਤਾਂ ਕਿ ਜਿਹੜਾ ਡੈਡ ਲੋਕ ਹੈ, ਗੱਲਬਾਤ ਨਹੀਂ ਹੋ ਰਹੀ ਸਰਕਾਰ 'ਤੇ ਪ੍ਰੈਸ਼ਰ ਬਿਲਡ ਕਰਨ ਦੇ ਲਈ। ਉਹ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ 6 ਤਰੀਕ ਨੂੰ ਜਿਹੜੀ KMP ਰੋਡ ਹੈ, ਜਿਹੜੀ ਦਿੱਲੀ ਦੇ ਆਲੇ ਦੁਆਲੇ ਪੂਰੀ ਬਲਦੀ ਹੈ, ਮਤਲਬ ਉਹਨੂੰ ਪੂਰਾ ਜਾਮ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਹ ਜਾਮ ਰਹੇਗੀ ਉਸ ਇੱਕ ਦਿਨ ਦੇ ਵਾਸਤੇ। ਅਤੇ ਉਦੋਂ ਬਾਅਦ ਅਗਲਾ ਫੈਸਲਾ ਇਹ ਕੀਤਾ ਕਿਉਂਕਿ ਔਰਤਾਂ ਦੀ ਇਸ ਅੰਦੋਲਨ 'ਚ ਪਹਿਲੀ ਵਾਰ ਬਹੁਤ ਵੱਡੀ ਭੂਮਿਕਾ ਹੈ। ਇੱਥੇ ਪੰਜਾਬ ਦੀਆਂ ਸੜਕਾਂ ਤੋਂ ਲੈ ਕੇ, ਪੰਜਾਬ ਦੀਆਂ ਰੇਲਵੇ ਲਾਈਨਾਂ ਤੋਂ ਲੈ ਕੇ, ਟੋਲ ਪਲਾਜ਼ਿਆਂ ਤੋਂ ਲੈ ਕੇ ਦਿੱਲੀ ਦੇ ਵਿੱਚ ਵੀ ਪਹਿਲਾਂ ਵੀ ਇੱਕ ਵਾਰ ਮਹਿਲਾ ਕਿਸਾਨ ਦਿਵਸ ਮਨਾਇਆ ਸੀ, ਉਦੋਂ ਵੀ ਸਟੇਜ 'ਤੇ ਬਾਕੀ ਔਰਤਾਂ ਨੂੰ ਦਿੱਤਾ ਸੀ। ਹੁਣ 8 ਮਾਰਚ ਅੰਤਰਰਾਸ਼ਟਰੀ ਔਰਤ ਦਿਵਸ ਦੇ ਤੌਰ 'ਤੇ ਹੈ ਅਤੇ ਉਹਨੂੰ ਵੀ ਉਹ ਮਨਾ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਨੇ ਬੀਬੀਆਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਪਹੁੰਚਣ ਅਤੇ ਜਿਹੜੀਆਂ ਦਿੱਲੀ ਨਹੀਂ ਪਹੁੰਚ ਸਕਦੀਆਂ ਫਿਰ ਉਹ ਆਪਣੇ ਏਰੀਏ ਦੇ ਵਿੱਚ ਉਹਦਾ ਉਹ ਕਰਨਗੀਆਂ। ਅਤੇ ਇੱਕ ਹੋਰ ਫੈਸਲਾ ਉਹਨਾਂ ਨੇ ਇਹ ਵੱਡਾ ਕੀਤਾ ਕਿ ਜਿਹੜੀਆਂ ਚੋਣਾਂ ਆ ਰਹੀਆਂ ਨੇ 5 ਰਾਜਾਂ ਦੇ ਵਿੱਚ, ਪੱਛਮੀ ਬੰਗਾਲ 'ਚ, ਕੇਰਲਾ 'ਚ ਔਰ ਇਸੇ ਤਰ੍ਹਾਂ ਅਸਾਮ ਦੇ ਵਿੱਚ, ਪੁਡੂਚੇਰੀ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਉੱਥੇ 12 ਮਾਰਚ ਤੋਂ ਕਿਸਾਨਾਂ ਦੇ ਜਥੇ ਜਾਣਗੇ ਇੱਧਰੋਂ ਅਤੇ ਜਿਹੜੇ ਇਹ ਫੈਸਲਾ ਲੈ ਕੇ ਜਾਣਗੇ, ਦੂਜੇ ਉੱਥੋਂ ਦੇ ਕਿਸਾਨਾਂ ਨੂੰ ਇਹ ਕਹਿਣਗੇ ਕਿ ਭਾਰਤੀ ਜਨਤਾ ਪਾਰਟੀ ਕਿਉਂਕਿ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀ, ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਦਿਓ, ਹੋਰ ਜਿਹਨੂੰ ਮਰਜ਼ੀ ਵੋਟ ਦਿਓ, ਜਾਂ ਜਿਹੜਾ ਉਹਨੂੰ ਹਰਾਉਣ ਦੀ ਸਮਰੱਥਾ ਰੱਖਦਾ ਉਹਨੂੰ ਵੋਟ ਦੇ ਦਿਓ। ਇੱਕ ਚੌਥਾ ਹੋਰ ਵੱਡਾ ਫੈਸਲਾ ਉਹਨਾਂ ਨੇ ਜਿਹੜਾ ਕੀਤਾ ਹੈ ਕਿ ਹੁਣ ਇਹਦੇ 'ਚ ਹੋਰ ਜ਼ਿਆਦਾ ਲੋਕਾਂ ਦੇ ਇਕੱਠ ਦੀ ਜ਼ਰੂਰਤ ਹੈ। ਚਾਹੇ ਪਹਿਲਾਂ ਹੀ ਕਿਸਾਨ ਅੰਦੋਲਨ ਲੋਕ ਅੰਦੋਲਨ 'ਚ ਤਬਦੀਲ ਹੋ ਗਿਆ, ਪਰ ਪਹਿਲੀ ਵਾਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜਿਹੜੀਆਂ ਟਰੇਡ ਯੂਨੀਅਨਾਂ ਨੇ, ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਆਲ ਇੰਡੀਆ ਲੈਵਲ ਦੀਆਂ, ਉਹਨਾਂ ਨਾਲ ਗੱਲ ਕੀਤੀ ਹੈ। 15 ਮਾਰਚ ਨੂੰ ਸਾਰੀਆਂ ਲੇਬਰ ਔਰਗੇਨਾਈਜੇਸ਼ਨਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਅਤੇ ਸੰਯੁਕਤ ਮੋਰਚਾ ਉਹਨਾਂ ਦੀ ਸਪੋਰਟ ਕਰੇਗਾ। ਅਤੇ ਜਦੋਂ ਇਹ ਇੱਕ ਵੱਡੇ ਪੱਧਰ 'ਤੇ ਹੋਏਗਾ ਤਾਂ ਸਰਕਾਰ 'ਤੇ ਇੱਕ ਦਬਾਅ ਉਸ ਪੱਧਰ ਦਾ ਲਾਮਬੰਦ ਹੋਏਗਾ ਔਰ ਇਸੇ ਸਾਰੇ 4 ਗੱਲਾਂ ਨੂੰ ਹੀ ਹੁਣ ਉਹ ਮੇਨਲੀ ਫੋਕਸ ਕਰ ਰਹੇ ਨੇ ਜਿਹੜਾ ਸੰਯੁਕਤ ਮੋਰਚਾ ਹੈ। ਔਰ ਇਹਦੇ ਆਧਾਰ 'ਤੇ ਗੌਰਮੈਂਟ ਨੂੰ ਵੀ ਫਰਕ ਪਊਗਾ ਕਿਉਂਕਿ ਸੰਯੁਕਤ ਮੋਰਚੇ ਦੇ ਆਗੂ ਇਹ ਕਹਿ ਰਹੇ ਨੇ ਕਿ ਸਰਕਾਰ ਉਦੋਂ ਹੀ ਝਿਪਦੀ ਹੈ ਜਾਂ ਉਦੋਂ ਹੀ ਪਿੱਛੇ ਹਟਦੀ ਹੈ ਜਦੋਂ ਉਹਨੂੰ ਸਿਆਸੀ ਤੌਰ 'ਤੇ ਸੇਕ ਲੱਗਣਾ ਸ਼ੁਰੂ ਹੁੰਦਾ ਹੈ। ਹੁਣ ਕੁਦਰਤੀ ਵੋਟਾਂ ਨੇ, ਇੱਕ ਵੋਟ ਸਹਾਈ ਹੁੰਦੀ ਹੈ ਜਿੱਤਣ ਦੇ ਵਾਸਤੇ ਤੁਹਾਨੂੰ। ਪੱਛਮੀ ਬੰਗਾਲ ਤਾਂ ਖਾਸ ਤੌਰ ਦੇ ਉੱਤੇ ਇਸ ਕਰਕੇ ਕੇਂਦਰਿਤ ਹੈ ਕਿਉਂਕਿ ਉੱਥੇ ਨੰਦੀਗ੍ਰਾਮ ਦੀ ਘਟਨਾ 2007 'ਚ ਵਾਪਰੀ ਸੀ। 2007 ਦੇ ਵਿੱਚ ਜਦੋਂ ਟਾਟਾ ਦਾ ਇੱਕ ਪ੍ਰੋਜੈਕਟ ਲੱਗਣਾ ਸੀ, ਕਿਸਾਨਾਂ ਦੀ ਜ਼ਮੀਨ ਜਬਰੀ ਐਕਵਾਇਰ ਕੀਤੀ ਜਾ ਰਹੀ ਸੀ ਤਾਂ 14 ਕਿਸਾਨ ਪੁਲਿਸ ਦੀ ਗੋਲੀ ਨਾਲ ਮਰੇ ਸੀ। ਮਮਤਾ ਬੈਨਰਜੀ ਦੀ ਸਰਕਾਰ ਲਈ ਰਾਹ ਜਿਹੜਾ ਪੈਦਾ ਕਰਨਾ ਕਿ ਉਹਦੀ ਸਰਕਾਰ ਬਣੇ, 27 ਸਾਲਾਂ ਦੀ ਕਮਿਊਨਿਸਟ ਸਰਕਾਰ ਨੂੰ ਤੋੜ ਕੇ ਜਾਂ ਉਹਨੂੰ ਹਰਾ ਕੇ, ਇਹ ਉਸ ਕਿਸਾਨ ਅੰਦੋਲਨ ਨੇ ਰਾਹ ਦਿੱਤਾ ਸੀ। ਇਸੇ ਕਰਕੇ ਮਮਤਾ ਬੈਨਰਜੀ ਉੱਥੋਂ ਖੜੀ ਵੀ ਹੋ ਰਹੀ ਹੈ ਹੁਣ ਉਸੇ ਸੀਟ ਤੋਂ ਕਿਸਾਨ ਅੰਦੋਲਨ ਨਾਲ ਇੱਕ ਸੰਕੇਤਕ ਤੌਰ 'ਤੇ ਜੋੜ ਕੇ। ਇਹ ਚੀਜ਼ਾਂ ਵੀ ਕਈ ਵਾਰ ਇਤਿਹਾਸਕ ਚੀਜ਼ਾਂ ਜੁੜ ਜਾਂਦੀਆਂ ਨੇ ਕਿਸਾਨ ਅੰਦੋਲਨ ਦੇ ਨਾਲ ਆ ਕੇ। ਉਹ ਫੈਸਲੇ ਕਿਸਾਨ ਅੰਦੋਲਨ ਨੇ ਇਸ ਤਰ੍ਹਾਂ ਦੇ ਕੀਤੇ ਨੇ ਔਰ ਲੱਗਦਾ ਹੈ ਕਿ ਉਹਦਾ ਦਬਾਅ ਜ਼ਰੂਰ ਸਰਕਾਰ ਤੱਕ ਪਹੁੰਚੇਗਾ। ਜੀ ਹਮੀਰ ਸਰ, ਪੰਜਾਬ ਵਿਧਾਨ ਸਭਾ 'ਚ ਵੀ ਜਿਹੜੀ ਕਿਸਾਨ ਮੁੱਦਿਆਂ 'ਤੇ ਲਗਾਤਾਰ ਬਹਿਸ ਹੋ ਰਹੀ ਹੈ ਅਤੇ ਹਰ ਪਾਰਟੀ ਇਹੀ ਦਿਖਾਉਣਾ ਚਾਹੁੰਦੀ ਹੈ ਕਿ ਉਹ ਕਿਸਾਨਾਂ ਦੇ ਨਾਲ ਹੈ। ਇਸ ਮੁੱਦੇ 'ਤੇ ਵਿਰੋਧੀ ਪਾਰਟੀਆਂ ਵੱਲੋਂ ਵਾਕਆਊਟ ਵੀ ਕੀਤਾ ਜਾ ਰਿਹਾ ਲਗਾਤਾਰ। ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਕੀ ਰਹੀ, ਇਹਦੇ ਬਾਰੇ ਦੱਸੋ। ਪੰਜਾਬ ਵਿਧਾਨ ਸਭਾ ਦਾ ਅੱਜ ਤੀਜਾ ਦਿਨ ਸੀ ਬਜਟ ਸੈਸ਼ਨ ਦਾ ਅਤੇ ਪਹਿਲੇ 2 ਦਿਨ ਵੀ ਇਹ ਮੁੱਦੇ ਉੱਠਦੇ ਰਹੇ। ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਮੁੱਦਾ ਵੀ ਉਠਾਇਆ ਜਾਂ ਬਾਕੀ ਨੇ। ਆਮ ਤੌਰ 'ਤੇ ਹੁਣ ਸਾਡੀਆਂ ਪਾਰਟੀਆਂ ਤਾਂ ਪੰਜਾਬ 'ਚ ਤਾਂ ਚੋਣਾਂ ਬਹੁਤ ਨੇੜੇ ਆ ਗਈਆਂ, 1 ਸਾਲ ਰਹਿ ਗਿਆ ਅਤੇ ਇਸ ਲਈ ਹਰ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਤਾਂ 22 ਜਿੱਤਣੀ ਹੈ, ਸਾਡਾ ਮਕਸਦ ਹੈ, ਅਸੀਂ ਹਰਾਉਣਾ ਹੈ। ਅਕਾਲੀ ਦਲ 'ਤੇ ਵੀ ਪਹਿਲੇ ਦਿਨ ਵੀ ਪਾਣੀ ਦੀਆਂ ਵਿਛਾੜਾਂ ਪਈਆਂ, ਉਹਨਾਂ ਨੇ ਕਿਹਾ ਜੀ ਅਸੀਂ ਲੋਕਾਂ ਦੇ ਮੁੱਦੇ ਉਠਾ ਰਹੇ ਹਾਂ। ਅੱਜ ਵੀ ਵਿਧਾਨ ਸਭਾ ਦੇ ਅੰਦਰ ਵੀ ਜਿਹੜੇ ਬਿਜਲੀ ਸਮਝੌਤੇ ਹੋਏ ਸੀ ਪਿਛਲੇ ਸਮੇਂ, ਜਿਹੜੇ ਅਕਾਲੀ ਦਲ ਦੇ ਵੇਲੇ ਹੋਏ ਸੀ,
ਅਮਰਿੰਦਰ ਸਰਕਾਰ ਨੇ ਆਉਂਦਿਆਂ ਹੀ ਕਿਹਾ ਸੀ ਕਿ ਉਹਨਾਂ ਨੂੰ ਅਸੀਂ ਰਿਵਿਊ ਕਰਾਂਗੇ ਤਾਂ ਕਿ ਇੰਨੀ ਮਹਿੰਗੀ ਬਿਜਲੀ ਜਿਹੜੀ ਲੋਕਾਂ ਨੂੰ ਮਿਲਦੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹਨੂੰ ਸਸਤੀ ਕੀਤੀ ਜਾ ਸਕੇ। ਤੇ ਅੱਜ ਬੜੇ ਵੱਡੇ ਪੱਧਰ ਤੇ ਮੁੱਦਾ ਉਠਾਇਆ ਗਿਆ, ਆਮ ਆਦਮੀ ਪਾਰਟੀ ਨੇ ਉਠਾਇਆ ਕਿ ਉਹਦੇ ਤੇ ਰਿਵਿਊ ਕਿਉਂ ਨਹੀਂ ਕੀਤਾ, ਲੋਕ ਇੰਨੇ ਮਹਿੰਗੇ ਬਿੱਲ ਕਿਉਂ ਭਰਨ, ਜਾਂ ਇਹ ਸਾਰਾ ਮੁੱਦਾ ਜਿਹੜਾ ਉੱਠਿਆ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਅਕਾਲੀ ਦਲ ਨੇ ਮੁੱਦਾ ਉਠਾਇਆ, ਕਿਸਾਨਾਂ ਦੀਆਂ ਖੁਦਕਸ਼ੀਆਂ ਜਾਂ ਕਿਸਾਨਾਂ ਦੇ ਜਿਹੜੇ ਬਾਕੀ ਮੁੱਦੇ ਨੇ, ਕਰਜ਼ੇ ਦਾ ਸਵਾਲ, ਕਿਉਂਕਿ ਅਮਰਿੰਦਰ ਸਰਕਾਰ ਨੇ ਕਿਹਾ ਸੀ ਸਮੁੱਚਾ ਕਰਜ਼ਾ ਮਾਫ ਕਰਾਂਗੇ, ਕਰਜ਼ੇ ਬਹੁਤ ਥੋੜਾ ਮਾਫ ਹੋਇਆ ਜਾਂ ਬਾਕੀ ਕਿਉਂ ਮਾਫ ਨਹੀਂ ਹੋਇਆ, ਖੁਦਕਸ਼ੀਆਂ ਅਜੇ ਵੀ ਇਸ ਦੌਰ 'ਚ ਵੀ ਲਗਾਤਾਰ ਵੱਧ ਰਹੀਆਂ ਨੇ। ਇਹ ਸਾਰੇ ਮੁੱਦੇ ਇਸੇ ਕਰਕੇ, ਇਹ ਦਬਾਅ ਦੇ ਕਰਕੇ ਜਿਹੜਾ ਗਵਰਨਰ ਐਡਰੈਸ ਹੈ ਉਹਦੇ ਤੇ ਬਹਿਸ ਚੱਲ ਰਹੀ ਹੈ ਤੇ ਸਰਕਾਰ ਨੇ ਇੱਕ ਦਿਨ ਲਈ ਐਕਸਟੈਂਡ ਕੀਤੀ ਹੈ ਇਹ ਡਿਬੇਟ। ਉਹਨਾਂ ਨੇ ਕਿਹਾ ਸੀ ਕਿ ਡਿਬੇਟ ਲਈ ਜ਼ਿਆਦਾ ਟਾਈਮ ਦੇਣਾ ਚਾਹੀਦਾ, ਅਜੇ ਘੱਟ ਟਾਈਮ ਹੈ, ਇੱਕ ਦਿਨ ਹੋਰ ਵਾਧੂ ਦਿੱਤਾ ਗਿਆ ਇਸ ਮਾਮਲੇ ਤੇ। ਅੱਗੇ ਬਜਟ ਵੀ ਪੇਸ਼ ਹੋਏਗਾ, ਬਜਟ ਤੇ ਵੀ ਫਿਰ ਬਹਿਸਾਂ ਹੋਣਗੀਆਂ ਵੱਖ-ਵੱਖ ਤਰ੍ਹਾਂ ਦੀਆਂ। ਇਹ ਗੱਲ ਕਿਉਂਕਿ ਹਰ ਪਾਰਟੀ ਨੂੰ ਇਹ ਲੱਗ ਰਿਹਾ ਹੈ ਕਿ ਹੁਣ ਉਹਨੂੰ ਬੋਲਣ ਦਾ ਮੌਕਾ ਮਿਲ ਰਿਹਾ ਹੈ। ਕਿਸਾਨ ਅੰਦੋਲਨ ਦੇ ਦੌਰਾਨ ਪਾਰਟੀਆਂ ਤੇ ਪਾਬੰਦੀ ਰਹੀ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਸਟੇਜ ਤੇ ਕਿਸੇ ਵੀ ਲੀਡਰ ਨੂੰ ਬੋਲਣ ਦਾ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਤਾਂ ਉਹਨਾਂ ਦੀਆਂ ਸਰਗਰਮੀਆਂ ਇੱਕ ਤਰ੍ਹਾਂ ਦੀਆਂ ਠੱਪ ਹੋ ਕੇ ਰਹਿ ਗਈਆਂ ਸੀ ਉਸੇ ਤਰੀਕੇ ਦੀਆਂ। ਤੇ ਹੁਣ ਪਾਰਟੀਆਂ ਇਹ ਚਾਹੁੰਦੀਆਂ ਨੇ ਕਿ ਕਿਸਾਨਾਂ ਦੀ ਫੇਵਰ 'ਚ ਅਸੀਂ ਜਾਈਏ। ਜਿਵੇਂ 21 ਮਾਰਚ ਨੂੰ ਕਿਸਾਨ ਮਹਾਪੰਚਾਇਤ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਰੱਖਤੀ ਹੈ ਤੇ ਅਮਰਿੰਦਰ ਸਿੰਘ ਤੇ ਇਹ ਕਹਿ ਹੀ ਰਹੇ ਨੇ ਲਗਾਤਾਰ ਕਿ ਅਸੀਂ ਤਾਂ ਕਿਸਾਨਾਂ ਦੇ ਹੱਕ 'ਚ ਬਿੱਲ ਵੀ ਪਾਸ ਕੀਤੇ ਨੇ, ਰਾਸ਼ਟਰਪਤੀ ਕੋਲ ਅੰਡਰ ਕੰਸੀਡਰੇਸ਼ਨ ਪਏ ਨੇ, ਅਸੀਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਆ। ਤੇ ਅਕਾਲੀ ਦਲ ਕਹਿ ਰਿਹਾ ਅਸੀਂ ਅਸਤੀਫਾ ਦਿੱਤਾ, ਅਸੀਂ ਬਾਕੀ ਕੀਤਾ। ਹਰ ਬੰਦਾ ਇਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਕਿਸਾਨਾਂ ਨੂੰ ਅਜੇ ਤੱਕ ਲੱਗਦਾ ਹੈ ਕਿ ਕੇਵਲ ਅਜੇ ਸਿਆਸਤ ਹੋ ਰਹੀ ਹੈ 22 'ਚ ਜਿੱਤਣ ਲਈ। ਦਿਲੋਂ ਮਨੋਂ ਜਿਹੜਾ ਨਾਲ ਹੁੰਦੀ ਹੈ ਇੱਕ ਗੱਲ, ਜੇ ਦਿਲੋਂ ਮਨੋਂ ਨਾਲ ਹੋਵੇ ਤਾਂ ਪਾਰਟੀਆਂ ਨੂੰ ਸੜਕਾਂ 'ਤੇ ਵੀ ਇਸ ਅੰਦੋਲਨ ਦੀ ਸਿੱਧੇ ਤੌਰ 'ਤੇ ਆਪਣੇ ਢੰਗ ਨਾਲ ਆਪਣੇ ਮੰਚਾਂ ਤੋਂ ਵੀ ਸਪੋਰਟ ਕਰਨੀ ਚਾਹੀਦੀ ਹੈ, ਬਿਨਾਂ ਛੋਟੀ ਮੋਟੀ ਰਾਜਨੀਤੀ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਹੋਂਦ ਦੀ ਲੜਾਈ ਹੈ, ਇਹ ਪੰਜਾਬ ਦੀ ਹੋਂਦ ਦੀ ਲੜਾਈ ਕਹਿ ਕੇ ਕਿਸਾਨ ਲੜ ਰਹੇ ਨੇ ਕਿ ਜੇ ਇਹ ਬਿੱਲ ਮਤਲਬ ਵਾਪਸ ਨਾ ਹੋਏ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨ ਦੀ ਗਰੰਟੀ ਨਾ ਹੋਈ ਤਾਂ ਪੰਜਾਬ ਦੀ ਕਿਸਾਨੀ ਦੇ ਨਾਲ ਨਾਲ ਬਾਕੀ ਵਰਗ ਵੀ ਉਜੜੇਗਾ, ਇਹਦਾ ਫਾਇਦਾ ਨਹੀਂ ਹੋਊਗਾ। ਇਸ ਲਈ ਇਕੱਲੀ ਚੋਣ ਤੱਕ ਧਿਆਨ ਰੱਖ ਕੇ ਤੁਸੀਂ ਜੇ ਆਪਣੇ ਪ੍ਰੋਗਰਾਮ ਅਲੀਕੋਗੇ, ਉਹ ਹੋਂਦ ਦੀ ਵੱਡੀ ਲੜਾਈ ਦਾ ਹਿੱਸਾ ਨਹੀਂ ਬਣ ਪਾਊਗਾ। ਉਹਦੇ 'ਚ ਤੁਹਾਡਾ ਸਵਾਰਥ ਦਿਖਾਈ ਦੇ ਰਿਹਾ, ਉਹਦੇ 'ਚ ਲੋਕਾਂ ਦੇ ਅੰਦੋਲਨ ਨਾਲ ਦਿਲੋਂ ਮਨੋਂ ਨਹੀਂ ਦਿਖਾਈ ਦੇ ਰਿਹਾ। ਇਹ ਸਵਾਲ ਜਿਹੜਾ ਵਾਪਰ ਰਿਹਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇ ਕਿਸਾਨ ਇਹਨੂੰ ਕਿਵੇਂ ਦੇਖ ਰਹੇ ਨੇ, ਇਹ ਦੋਨਾਂ ਗੱਲਾਂ ਦਾ ਸਾਡੇ ਸਾਹਮਣੇ ਇੱਕ ਤਸਵੀਰ ਪੇਸ਼ ਕਰਦਾ ਜੀ। ਸਰ, ਇਸੇ ਦੌਰਾਨ ਹਰਿਆਣਾ ਸਰਕਾਰ ਦਾ ਇੱਕ ਫੈਸਲਾ ਆਇਆ ਕਿ ਜਿਹੜੀ ਪ੍ਰਾਈਵੇਟ ਸੈਕਟਰ ਦੀਆਂ 75% ਦੀ ਨੌਕਰੀਆਂ ਨੇ ਉਹ ਸਿਰਫ ਹਰਿਆਣਾ ਨਾਲ ਸੰਬੰਧਿਤ ਹਰਿਆਣਾ ਦੇ ਲੋਕਾਂ ਨੂੰ, ਮਤਲਬ ਹਰਿਆਣਵੀਆਂ ਨੂੰ ਦਿੱਤੀਆਂ ਜਾਣੀਆਂ ਨੇ। ਤੇ ਇਹ ਮੁੱਦਾ ਪੰਜਾਬ ਵਿਧਾਨ ਸਭਾ 'ਚ ਵੀ ਉੱਠਿਆ। ਉਹਨਾਂ ਦਾ ਵੀ ਇਹੀ ਮੰਨਣਾ ਕਿ ਜੇ ਹਰਿਆਣਾ ਸਰਕਾਰ ਅਜਿਹਾ ਫੈਸਲਾ ਲੈ ਸਕਦੀ ਹੈ ਤਾਂ ਫਿਰ ਪੰਜਾਬ 'ਚ ਕਿਉਂ ਨਹੀਂ, ਹੈ ਨਾ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ, ਇਹ ਪਹਿਲਾਂ ਹਿਮਾਚਲ ਨੇ ਵੀ ਕੀਤਾ ਹੋਇਆ ਆਪਣੇ ਨਾਗਰਿਕਾਂ ਲਈ ਕਿ ਇੰਨਾ ਇੱਕ ਹਿੱਸਾ ਉਹਨਾਂ ਨੂੰ ਮਿਲੇਗਾ ਪਹਿਲਾਂ ਨੌਕਰੀਆਂ ਦਾ, ਫਿਰ ਜਿਹੜੀਆਂ ਬਚੀਆਂ ਉਹ ਸਾਰੀਆਂ ਹੋਣਗੀਆਂ। ਔਰ ਇਹਦਾ ਮਤਲਬ ਇਹਦੇ ਤੋਂ ਜਿਹੜਾ ਗੰਭੀਰ ਮਤਲਬ ਸਵਾਲ ਪੈਦਾ ਹੁੰਦਾ ਹੈ, ਉਹ ਸਵਾਲ ਪੈਦਾ ਹੁੰਦਾ ਹੈ ਕਿ ਬੇਰੁਜ਼ਗਾਰੀ ਕਿੱਡਾ ਵੱਡਾ ਮੁੱਦਾ ਹੈ, ਰੁਜ਼ਗਾਰ ਨਹੀਂ ਮਿਲ ਰਿਹਾ। ਤੇ ਜੇ ਦੇਸ਼ ਦੇ ਵਿੱਚ ਪੂਰਾ ਰੁਜ਼ਗਾਰ ਮਿਲਦਾ ਹੋਵੇ ਫਿਰ ਸਰਕਾਰਾਂ ਨੂੰ ਇਹ ਫੈਸਲੇ ਨਾ ਲੈਣੇ ਪੈਣ ਕਿ ਇਸ ਕਿਸਮ ਦਾ ਫੈਸਲਾ ਲੈਣਾ ਪਵੇ। ਔਰ ਇਹ ਵੀ ਹਰਿਆਣਾ ਸਰਕਾਰ ਨੇ ਕਿਹਾ ਕਿ 10 ਸਾਲਾਂ ਲਈ ਅਸੀਂ ਕੀਤਾ ਹੈ, 10 ਸਾਲਾਂ ਤੋਂ ਬਾਅਦ ਫਿਰ ਦੇਖਾਂਗੇ। ਤਾਂ ਸੁਭਾਵਿਕ ਹੈ ਪੰਜਾਬ 'ਚ ਅੱਜ ਵੀ ਮੰਗ ਉੱਠੀ ਆ, ਪਰ ਪੰਜਾਬ 'ਚ ਪਹਿਲਾਂ ਤੋਂ ਵੀ ਮੰਗ ਉੱਠਦੀ ਆ ਰਹੀ ਹੈ ਲਗਾਤਾਰ ਕਿ ਪੰਜਾਬ ਦੀ ਸਰਕਾਰ ਨੂੰ ਵੀ ਇਹ ਫੈਸਲਾ ਲੈਣਾ ਚਾਹੀਦਾ। ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਇਹ ਜਵਾਬ ਦਿੰਦੇ ਸੀ ਕਿ ਜਦੋਂ ਇੱਕ ਦੇਸ਼ ਹੈ ਤੇ ਅਸੀਂ ਐਂ ਸ਼ਰਤ ਲਾ ਨਹੀਂ ਸਕਦੇ, ਐਂ ਸ਼ਰਤ ਲਾਉਂਦੇ ਆ ਤਾਂ ਫਿਰ ਉਹ ਮਤਲਬ ਸੰਵਿਧਾਨਕ ਤੌਰ 'ਤੇ ਤੇ ਕਾਨੂੰਨੀ ਤੌਰ 'ਤੇ ਠੀਕ ਨਹੀਂ ਹੋਏਗਾ। ਤੇ ਜੇ ਹਰਿਆਣੇ ਲਈ ਉਹ ਠੀਕ ਹੈ ਕਾਨੂੰਨੀ ਤੌਰ 'ਤੇ, ਤਾਂ ਤੁਹਾਡੇ ਲਈ ਠੀਕ ਕਿਉਂ ਨਹੀਂ ਹੋਏਗਾ? ਇਹ ਡਿਮਾਂਡ ਉੱਠੇਗੀ। ਔਰ ਦੂਜੀ ਗੱਲ, ਜਦੋਂ ਪੰਜਾਬ ਵਰਗਾ ਸੂਬਾ ਇਹ ਉਠਾਉਂਦਾ ਹੈ ਤਾਂ ਉਦੋਂ ਇਹ ਕਹਿ ਦਿੱਤਾ ਜਾਂਦਾ ਵੀ ਸ਼ਾਇਦ ਇਹ ਅਲਗਾਵਵਾਦੀ ਜਾਂ ਸਿੱਖ ਐਂ ਜਾਣ ਕੇ ਕਰਦੇ ਨੇ, ਬਾਕੀ ਨਹੀਂ ਇਹ ਕਰਦੇ। ਇਹ ਬੀਜੇਪੀ ਦੀ ਪਾਲਿਸੀ ਤੇ ਵੀ ਸਵਾਲ ਹੈ। ਬੀਜੇਪੀ ਨਾਅਰਾ ਦਿੰਦੀ ਹੈ ਇੱਕ ਦੇਸ਼ ਇੱਕ ਵੋਟ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਮੰਡੀ, ਸਾਰੀਆਂ ਚੀਜ਼ਾਂ ਇੱਕ ਦੇਸ਼ ਦਾ ਦਿੰਦੀ ਹੈ। ਤਾਂ ਉਹਨਾਂ ਦੀ ਜਿਹੜੀ ਆਪਣੀ ਸਰਕਾਰ ਹੈ ਹਰਿਆਣੇ ਦੇ ਵਿੱਚ, ਜਦੋਂ ਇਹੋ ਜਿਹੇ ਫੈਸਲੇ ਤੁਸੀਂ ਇਸੇ ਸਲੋਗਨ ਤੇ ਇਸੇ ਨਾਅਰੇ ਤੇ ਜੰਮੂ ਕਸ਼ਮੀਰ ਸਟੇਟ ਤੋੜੀ ਹੈ, ਉਹਨੂੰ ਸਪੈਸ਼ਲ ਅਧਿਕਾਰ ਸੀ ਉੱਥੇ ਇਹ ਸੀਗਾ ਕਿ ਕੇਂਦਰ ਤੋਂ ਜਾਂ ਦੇਸ਼ ਦੇ ਵਿੱਚੋਂ ਕੋਈ ਵੀ ਬੰਦਾ ਸਿੱਧੇ ਤੌਰ 'ਤੇ ਨਾ ਉੱਥੇ ਜ਼ਮੀਨ ਖਰੀਦ ਸਕਦਾ ਸੀ, ਨਾ ਉੱਥੇ ਰੁਜ਼ਗਾਰ ਪ੍ਰਾਪਤ ਕਰ ਸਕਦਾ ਸੀ ਉੱਥੋਂ ਦੀ ਵਿਧਾਨ ਸਭਾ ਤੇ ਸੂਬੇ ਤੋਂ ਬਿਨਾਂ ਪੁੱਛੇ। ਇਹ ਸੀ, ਉਹ ਤੁਸੀਂ ਤੋੜਤਾ, ਉਹ ਕੇਂਦਰ ਸ਼ਾਸਤ ਪ੍ਰਦੇਸ਼ 'ਚ ਸ਼ਾਮਿਲ ਕਰਤਾ। ਹੁਣ ਤੁਹਾਡੀਆਂ ਸਰਕਾਰਾਂ ਜਦੋਂ ਇਹ ਫੈਸਲੇ ਲੈਂਦੀਆਂ ਨੇ ਤਾਂ ਇੱਕ ਜਿਹੜਾ ਆਪਾ ਵਿਰੋਧੀ ਜਾਂ ਦੋਗਲਾ ਸਟੈਂਡ ਤਾਂ ਨਜ਼ਰ ਆ ਰਿਹਾ ਉਸ ਰੂਪ 'ਚ। ਪਰ ਇਹਦੇ ਤੋਂ ਵੀ ਇੱਕ ਵੱਡਾ ਸਵਾਲ ਹੋਰ ਸਾਡੇ ਸਾਹਮਣੇ ਜਿਹੜਾ ਹੁੰਦਾ ਹੈ, ਇਹਦੇ 'ਚੋਂ ਫੈਡਰਲਿਜ਼ਮ ਦਾ ਕੁਐਸਚਨ ਉੱਭਰੇਗਾ, ਸੰਘੀ ਢਾਂਚੇ ਦਾ। ਉਹਦਾ ਕਾਰਨ ਇਹ ਹੈ ਕਿ ਭਈ ਜੇ ਕੋਈ ਹੋਰ ਸਟੇਟਾਂ ਦੇ ਬੰਦੇ ਆ ਕੇ ਉੱਥੇ ਨੌਕਰੀ ਲੈ ਜਾਂਦੇ ਨੇ
ਤਾਂ ਇਹ ਗੱਲਾਂ ਤੁਸੀਂ ਤਾਂ ਕਰ ਸਕਦੇ ਹੋ ਜੇ ਰਾਜਾਂ ਨੂੰ ਹੋਰ ਜ਼ਿਆਦਾ ਅਧਿਕਾਰ ਮਿਲਣਗੇ, ਰਾਜਾਂ ਨੂੰ ਸੰਵਿਧਾਨਕ ਤੌਰ ਤੇ ਇੰਨੇ ਹੱਕ ਮਿਲਣਗੇ ਕਿ ਤੁਸੀਂ ਆਪਣੇ ਅੰਦਰ ਦੇ ਸਾਰੇ ਫੈਸਲੇ ਲੈ ਸਕਦੇ ਹੋ। ਜੇ ਉਹ ਫੈਸਲਾ ਲੈਣ ਦਾ ਹੱਕ ਮਿਲਣਾ ਹੈ ਤਾਂ ਇਹਦੇ ਲਈ ਕੇਂਦਰ ਸਰਕਾਰ ਨਾਲ ਲੜਾਈ ਕਰਨੀ ਪੈਣੀ ਹੈ। ਜਿਵੇਂ ਕਾਨੂੰਨਾਂ ਦੇ ਬਾਰੇ ਵੀ, ਖੇਤੀ ਕਾਨੂੰਨਾਂ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਕੇਂਦਰ ਦਾ ਹੱਕ ਨਹੀਂ ਹੈ ਖੇਤੀ 'ਚ ਕਾਨੂੰਨ ਬਣਾਉਣਾ, ਸਾਡਾ ਹੱਕ ਹੈ। ਤਾਂ ਰੁਜ਼ਗਾਰ ਦੇ ਬਾਰੇ ਵੀ, ਸਾਰੀਆਂ ਚੀਜ਼ਾਂ ਬਾਰੇ ਹੀ ਅਸਲ 'ਚ ਫੈਡਰਲਿਜ਼ਮ ਦਾ ਕੁਐਸਚਨ ਵੀ ਇਹਦੇ ਨਾਲ ਉੱਭਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਇਹ ਗੱਲਾਂ 'ਤੇ ਬਹੁਤ ਸੋਚ ਵਿਚਾਰ ਦੀ ਲੋੜ ਹੈ। ਵੈਸੇ ਤਾਂ ਬੇਰੁਜ਼ਗਾਰੀ ਹੁਣ ਦੁਨੀਆ ਪੱਧਰ ਦਾ ਵੱਡਾ ਮੁੱਦਾ ਹੈ, ਦੇਸ਼ ਪੱਧਰ ਦਾ ਹੈ ਹੀ ਹੈ। ਪਿਛਲੇ 45 ਸਾਲਾਂ ਦੀ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ ਸਾਡੇ ਦੇਸ਼ ਦੇ ਵਿੱਚ, ਖਾਸ ਤੌਰ 'ਤੇ ਕੋਵਿਡ ਤੋਂ ਪਹਿਲਾਂ ਦੀ ਗੱਲ ਹੈ। ਕੋਵਿਡ ਦੇ ਦੌਰਾਨ ਤਾਂ ਜਿੰਨੇ ਕਾਰੋਬਾਰ ਬੰਦ ਹੋ ਗਏ, ਜਿੰਨੇ ਨੌਕਰੀਆਂ ਚਲੀਆਂ ਗਈਆਂ, ਜਿੰਨੀਆਂ ਲੋਕਾਂ ਦੀਆਂ ਤਨਖਾਹਾਂ 'ਚ ਕਟੌਤੀਆਂ ਹੋ ਗਈਆਂ, ਜਿੰਨੇ ਦੁਬਾਰਾ ਨੌਕਰੀਆਂ ਨਹੀਂ ਮਿਲ ਰਹੀਆਂ, ਇਹ ਬਹੁਤ ਬੜਾ ਮੁੱਦਾ ਹੈ ਰੁਜ਼ਗਾਰ ਦਾ ਮੁੱਦਾ। ਇਹਨੂੰ ਸਿਆਸੀ ਪਾਰਟੀਆਂ ਕਿਵੇਂ ਐਡਰੈਸ ਕਰਨਗੀਆਂ, ਇਹ ਕੇਵਲ ਰਿਜ਼ਰਵੇਸ਼ਨਾਂ ਨਾਲ ਨਹੀਂ ਹੋਣਾ, ਇਹਨੂੰ ਅੱਗੇ ਹੋਰ ਵੱਡਾ ਪ੍ਰੋਗਰਾਮ ਦੀ ਜ਼ਰੂਰਤ ਹੈ ਤੇ ਇੱਕ ਪੂਰੇ ਡਿਵੈਲਪਮੈਂਟ ਦੇ ਮਾਡਲ ਨੂੰ ਚੁਣੌਤੀ ਦੇਣ ਦੀ ਵੀ ਲੋੜ ਹੈ। ਜੀ ਸਰ, ਸੁਪਰੀਮ ਕੋਰਟ ਦਾ ਵੀ ਇੱਕ ਫਾਰੂਕ ਅਬਦੁੱਲਾ ਬਾਰੇ ਫੈਸਲਾ ਆਇਆ ਕਿ ਜਿਹੜੇ ਅਸੀਂ ਸਰਕਾਰ ਨਾਲੋਂ ਜਾਂ ਕੇਂਦਰ ਨਾਲੋਂ ਵੱਖਰੇ ਕੋਈ ਵਿਚਾਰ ਰੱਖਦੇ ਹਾਂ ਤੇ ਅਸੀਂ ਉਹਨੂੰ ਦੇਸ਼ ਧਰੋਹ ਨਹੀਂ ਮੰਨ ਸਕਦੇ। ਇਹ ਸਰਕਾਰ ਦਾ ਫੈਸਲਾ, ਸੁਪਰੀਮ ਕੋਰਟ ਦਾ ਕੀ ਫੈਸਲਾ, ਇਹਦੇ ਬਾਰੇ ਦੱਸੋ। ਸੁਪਰੀਮ ਕੋਰਟ ਜਦੋਂ ਫਾਰੂਕ ਅਬਦੁੱਲਾ ਜਿਹੜੇ MP ਵੀ ਨੇ ਉੱਥੋਂ ਤੇ ਕਈ ਵਾਰ ਚੀਫ ਮਿਨਿਸਟਰ ਰਹਿ ਚੁੱਕੇ ਨੇ ਜੰਮੂ ਕਸ਼ਮੀਰ ਦੇ, ਤੇ ਉਹਨਾਂ ਨੇ ਜਦੋਂ ਧਾਰਾ 370 ਤੋੜੀ ਸੀ ਉਦੋਂ ਬਾਅਦ ਕੁਝ ਬਿਆਨ ਦਿੱਤੇ ਸੀ, ਤਾਂ ਦੋ ਬੰਦੇ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ ਇਹ ਕਹਿ ਕੇ ਕਿ ਇਹ ਦੇਸ਼ ਧਰੋਹੀ ਹੈ, ਕਿਉਂਕਿ ਸੁਪਰੀਮ ਫਾਰੂਕ ਅਬਦੁੱਲਾ ਨੇ ਬਿਆਨ ਦਿੱਤਾ ਹੈ ਕਿ ਇਦੋਂ ਤਾਂ ਪਾਕਿਸਤਾਨ ਤੇ ਚੀਨ ਚੰਗਾ ਹੈ, ਫਿਰ ਜੇਕਰ ਸਾਡੇ ਨਾਲ ਇਹੀ ਕਰਨਾ ਹੈ, ਇਹ ਬਿਆਨ ਦਿੱਤਾ ਹੈ ਕਿ ਇਹ ਦੇਸ਼ ਧਰੋਹ ਹੈ। ਔਰ ਉਹ ਮੁਕੱਦਮਾ ਦਰਜ ਕਰਾਇਆ ਵੀ ਉਹਨਾਂ ਤੇ ਉਸੇ ਤਰੀਕੇ ਦੇ ਨਾਲ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਕੇ ਤੇ ਅੰਦਰੂਨੀ ਸੁਰੱਖਿਆ ਦਾ ਚਾਰਜ ਲਾ ਕੇ ਫਾਰੂਕ ਅਬਦੁੱਲਾ, ਉਹਦਾ ਬੇਟਾ ਜਿਹੜਾ ਚੀਫ ਮਿਨਿਸਟਰ ਰਿਹਾ ਸੀ ਉਮਰ ਅਬਦੁੱਲਾ, ਤੇ ਇੱਕ ਹੋਰ ਚੀਫ ਮਿਨਿਸਟਰ ਮਹਿਬੂਬਾ ਮੁਫਤੀ, ਤੇ ਕਿੰਨੇ ਲੀਡਰ ਅੰਦਰ ਜੇਲ੍ਹਾਂ 'ਚ ਬੰਦ ਰੱਖੇ। ਪਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਦਖਲ ਦੇ ਨਾਲ ਫਾਰੂਕ ਅਬਦੁੱਲਾ ਤਾਂ ਬਾਹਰ ਆ ਗਿਆ, ਉਹਨੇ ਪਾਰਲੀਮੈਂਟ ਵੀ ਮਤਲਬ ਉੱਥੇ ਹਾਜ਼ਰੀ ਦਿੱਤੀ ਤੇ ਬਾਕੀ ਚੀਜ਼ਾਂ ਨੇ। ਅੱਜ ਜਿਹੜਾ ਇਹ ਮੁੱਦਾ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨੇ ਕਿਹਾ ਕਿ ਸਬੂਤ ਪੇਸ਼ ਕਰੋ, ਕਿਸੇ ਦਾ ਇੱਕ ਬਿਆਨ ਦੇ ਦੇਣਾ, ਕਿਸੇ ਦੇ ਇੱਕ ਗੱਲ ਕਰਨਾ ਗੌਰਮੈਂਟ ਨਾਲੋਂ ਵੱਖਰੀ, ਕਿ ਗੌਰਮੈਂਟ ਨੂੰ ਗਲਤ ਠਹਿਰਾਉਣਾ ਕਿ ਤੂੰ ਗਲਤ ਹੈ, ਇਹ ਦੇਸ਼ ਧਰੋਹੀ ਨਹੀਂ ਹੁੰਦਾ ਕਦੇ ਵੀ। ਸੁਪਰੀਮ ਕੋਰਟ ਦੀ ਇਹੀ ਜੱਜਮੈਂਟ ਜਿਹੜੀ ਇੱਕ ਪਹਿਲਾਂ ਪੰਜਾਬ ਦੇ ਮਾਮਲੇ ਦੇ ਵਿੱਚ ਵੀ ਹੋਈ ਹੈ, 1995 ਦੀ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਬਲਵੰਤ ਸਿੰਘ ਬਨਾਮ ਸਟੇਟ ਆਫ ਪੰਜਾਬ। ਉਹ ਜੱਜਮੈਂਟ ਇਹ ਕਹਿੰਦੀ ਸੀ, ਇੱਥੇ ਸੈਕਟਰ 17 ਦੇ ਚੰਡੀਗੜ੍ਹ ਦੇ ਸਾਹਮਣੇ ਜਦੋਂ ਇੰਦਰਾ ਗਾਂਧੀ ਦਾ ਮਰਡਰ ਹੋਇਆ ਸੀ ਪਹਿਲਾਂ, ਉਦੋਂ ਉਹਨਾਂ ਨੇ ਨਾਅਰੇ ਲਾਤੇ ਸੀ ਖਾਲਿਸਤਾਨ ਦੇ, ਤੇ ਉਹ ਬੰਦੇ ਅੰਦਰ ਬੰਦ ਸੀਗੇ। ਉਦੋਂ ਬਾਅਦ ਸੁਪਰੀਮ ਕੋਰਟ ਨੇ ਇਹ ਜੱਜਮੈਂਟ ਦਿੱਤੀ ਸੀ ਕਿ ਕੇਵਲ ਨਾਅਰੇ ਲਾਉਣਾ ਵੱਖਰੇ ਦੇਸ਼ ਬਣਾਉਣ ਦੇ ਜਾਂ ਵੱਖਰੇ ਰਾਜ ਦੇ, ਇਹ ਦੇਸ਼ ਧਰੋਹੀ ਨਹੀਂ ਹੈ। ਦੇਸ਼ ਧਰੋਹ ਉਹ ਹੁੰਦਾ ਹੈ ਜੇਕਰ ਹਥਿਆਰਬੰਦ ਤਰੀਕੇ ਦੇ ਨਾਲ ਸੱਤਾ ਪਲਟਣ ਦੀ ਗੱਲ ਕਰਨਾ ਜਾਂ ਭੀੜਾਂ ਨੂੰ ਹਿੰਸਾ ਕਰਾਉਣ ਲਈ ਉਕਸਾਉਣਾ, ਉਹ ਚੀਜ਼ਾਂ ਦੇ ਨਾਲ ਜੇਕਰ ਉਹਦੇ ਤੇ ਐਡਾ ਵੱਡਾ ਇਹ ਅਸਰ ਪੈਂਦਾ ਹੈ ਤਾਂ ਕੋਈ ਗੱਲ ਨਹੀਂ। ਸਾਡਾ ਸੰਵਿਧਾਨ ਇਹ ਇਜਾਜ਼ਤ ਦਿੰਦਾ ਵੱਖਰੇ ਵਿਚਾਰਾਂ ਦੀ, ਫਰੀडम ਆਫ ਐਕਸਪ੍ਰੈਸ਼ਨ ਦੀ, ਕਿ ਤੁਸੀਂ ਜੋ ਗੱਲ ਬਾਦਲੀਲ ਤਰੀਕੇ ਨਾਲ ਤੁਹਾਨੂੰ ਲੱਗਦੀ ਹੈ, ਸ਼ਾਂਤਮਈ ਤਰੀਕੇ ਨਾਲ ਤੁਹਾਨੂੰ ਲੱਗਦੀ ਹੈ, ਉਹ ਤੁਸੀਂ ਕਹਿ ਸਕਦੇ ਹੋ। ਇਸੇ ਕਰਕੇ ਕਿਸਾਨਾਂ ਦੇ ਅੰਦੋਲਨ ਤੇ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਉਹ ਇੱਥੇ ਪੀਸਫੁਲੀ ਬੈਠੇ ਨੇ ਇੰਨੇ ਸਮੇਂ 'ਚ, ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਉਠਾਓ, ਇਹ ਉਹਨਾਂ ਦਾ ਹੱਕ ਹੈ। UNO ਦਾ 2018 ਦਾ ਰੈਜੂਲੇਸ਼ਨ ਹੈ ਕਿਸਾਨੀ ਦੇ ਮਾਮਲੇ ਦੇ ਵਿੱਚ, ਔਰ ਸਰਕਾਰਾਂ ਵੀ ਉਹਨਾਂ ਨੂੰ ਐਸ ਪੀਸਫੁਲ ਤਰੀਕੇ ਦੇ ਨਾਲ ਸਗੋਂ ਉਹਦੀ ਸਪੋਰਟ ਕਰਨੀ ਚਾਹੀਦੀ ਹੈ, ਉਹਨਾਂ ਨੂੰ ਦੂਜੇ ਪਾਸੇ ਤੋਰਨ ਦੀ ਗੱਲ ਨਹੀਂ ਕਰਨੀ ਚਾਹੀਦੀ। ਇਹ ਸਾਰੇ ਜਿਹੜੇ ਫੈਸਲੇ ਨੇ, ਫੈਸਲੇ ਚੰਗੇ ਨੇ, ਪਰ ਜਿਹੋ ਜਿਹਾ ਸਾਡੇ ਮਾਹੌਲ ਵਾਪਰ ਰਿਹਾ ਦੇਸ਼ ਦੇ ਵਿੱਚ ਕਿ ਤੂੰ ਦੇਸ਼ ਧਰੋਹੀ ਆ ਜਾਂ ਦੇਸ਼ ਭਗਤ ਹੈ, ਕੌਣ ਡਿਸਾਈਡ ਕਰਦਾ? ਜਾਂ ਤਾਂ ਸਰਕਾਰ ਦਾ ਕੋਈ ਕਰਿੰਦਾ ਜਾਂ ਸੱਤਾਧਾਰੀ ਪਾਰਟੀ ਦਾ ਕੋਈ ਬੰਦਾ ਜਾਂ ਹਜੂਮ ਦੇ ਵਿੱਚ ਨਫ਼ਰਤ ਦੀ ਅੱਗ ਵਿੱਚ ਸੜ ਰਿਹਾ ਕੋਈ ਹਜੂਮੀ ਆਦਮੀ, ਉਹ ਡਿਸਾਈਡ ਕਰਦਾ। ਕਾਨੂੰਨ ਦੇ ਰਾਜ ਦਾ ਜੇ ਪਾਲਣ ਹੋਏਗਾ ਤਾਂ ਦੰਗੇ ਵੀ ਘਟਣਗੇ, ਹਿੰਸਾ ਵੀ ਘਟੇਗੀ, ਮੁਹੱਬਤ ਪੈਦਾ ਹੋਏਗੀ, ਲੋਕ ਆਪਸ 'ਚ ਵਿੱਚ ਚੰਗਾ ਰਹਿਣਾ ਸ਼ੁਰੂ ਕਰਨਗੇ। ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਹੁਣ, ਕੇਂਦਰ ਦੀ ਵੀ ਤੇ ਰਾਜ ਸਰਕਾਰਾਂ ਦੀ ਵੀ, ਕਿ ਤੁਸੀਂ ਕਾਨੂੰਨ ਦਾ ਰਾਜ ਬਹਾਲ ਕਰੋ। ਗੈਰ ਕਾਨੂੰਨੀ ਤਰੀਕੇ ਦੇ ਨਾਲ ਫੜ ਅੰਦਰ ਲੋਕਾਂ ਤੇ ਮੁਕੱਦਮੇ ਪਾਈ ਜਾਓ, ਸੈਂਕੜੇ ਬੰਦਿਆਂ ਤੇ। ਹੁਣ ਤੁਸੀਂ ਕਿਸਾਨ ਆਗੂਆਂ ਸਮੇਤ ਕਿੰਨੇ ਬੰਦਿਆਂ ਤੇ ਦੇਸ਼ ਧਰੋਹੀ ਦਾ ਚਾਰਜ ਲਾਤਾ, ਉਹਨਾਂ ਨੇ ਕੀ ਦੇਸ਼ ਧਰੋਹੀ ਕੀਤੀ? ਜੇਕਰ ਇਹ ਮੁਕੱਦਮਿਆਂ ਦੀ ਰੋਸ਼ਨੀ 'ਚ ਦੇਖਿਆ ਜਾਏ, ਉਹ ਤਾਂ ਇਹ ਕਹਿੰਦੇ ਨੇ ਪੀਸਫੁਲ ਹੈ, ਸਾਡਾ ਕੋਈ, ਅਸੀਂ ਕਿਸੇ ਨੂੰ ਹਿੰਸਾ ਲਈ ਨਹੀਂ ਭੜਕਾਇਆ, ਅਸੀਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ, ਤਾਂ ਉਹ ਮੁਕੱਦਮੇ ਕਿਉਂ ਸਟੈਂਡ ਕਰਦੇ ਨੇ? ਇੱਕ ਮੁਕੱਦਮੇ ਨੂੰ ਦੇਖ ਕੇ ਬਾਕੀ ਵਾਪਸ ਕਿਉਂ ਨਹੀਂ ਲਏ ਜਾ ਰਹੇ ਸਾਰੇ? ਇਹਨਾਂ ਤੇ ਸਰਕਾਰਾਂ ਨੂੰ ਛਾਨਬੀਣ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਬੰਦੇ ਨੂੰ ਐਵੇਂ ਇਲਜ਼ਾਮ ਲਾ ਦੇਣ ਨਾਲ ਉਹਦੀ ਜ਼ਿੰਦਗੀ ਜਾਂਦੀ ਹੈ, ਉਹਦਾ ਰੈਪੂਟੇਸ਼ਨ ਜਾਂਦਾ ਹੈ, ਤੇ ਉਹਦੀ ਜ਼ਿੰਦਗੀ ਦੇ ਕਿੰਨੇ ਮਹੱਤਵਪੂਰਨ ਸਾਲ ਜੇਲ੍ਹਾਂ ਦੇ ਵਿੱਚ ਚਲੇ ਜਾਂਦੇ ਨੇ। ਬਲਕਿ ਉਹ ਬੰਦੇ ਨੂੰ ਤੁਸੀਂ ਹੋਰ ਪਾਸੇ ਤੋਰਦੇ ਹੋ ਧੱਕ ਕੇ, ਜੇ ਇਨਸਾਫ ਨਹੀਂ ਦਿੰਦੇ। ਇਹ ਇਨਸਾਫ ਦਾ ਤਕਾਜ਼ਾ ਹੈ ਕਿ ਸਰਕਾਰਾਂ ਇਹਦੇ ਤੇ ਗੌਰ ਕਰਨ। ਜੀ ਸੋ ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਸਾਰੀਆਂ ਮੁੱਦਿਆਂ ਤੇ ਜ਼ਰੂਰ ਗੌਰ ਕਰਨਗੀਆਂ। ਭਲਕੇ ਅਸੀਂ ਫੇਰ ਨਵੇਂ ਮੁੱਦੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ।